ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਨੇ ਸਿੱਧੂ ਦੀ ਰਿਹਾਈ ਹੋ ਚੁੱਕੀ ਹੈ ਤੇ ਰਿਹਾਈ ਹੋਣ ਤੋਂ ਬਾਅਦ ਭਾਨੇ ਸਿੱਧੂ ਦੇ ਬਾਰੇ ਲੋਕਾਂ ਨੂੰ ਕਾਫੀ ਦਿਲਚਸਪੀ ਹੈ ਕਿ ਉਹਦੇ ਨਾਲ ਕੀ ਕੁਝ ਵਾਪਰਿਆ, ਕਿਉਂਕਿ ਜਦੋਂ ਪੁਲਿਸ ਹਿਰਾਸਤ ਦੇ ਵਿੱਚ ਸੀ ਤਾਂ ਉਦੋਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਉਹਦੇ ਨਾਲ ਆ ਕੁਝ ਹੋ ਰਿਹਾ ਜਾਂ ਇਹ ਵੀ ਕਿਹਾ ਗਿਆ ਕਥਿਤ ਤੌਰ ਤੇ ਕਿ ਭਗਵੰਤ ਮਾਨ ਨੇ ਉਹਨੂੰ ਵੀਡੀਓ ਕਾਲ ਕੀਤੀ ਗਈ, ਉਹਨੂੰ ਦਿਖਾਇਆ ਗਿਆ ਕਿ ਭਾਨੇ ਸਿੱਧੂ ਦਾ ਆਹ ਹਾਲ ਹੈ। ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ, ਪਰ ਇਹ ਗੱਲਾਂ ਉਦੋਂ ਤੱਕ ਅਪੁਸ਼ਟ ਸੀ ਜਦੋਂ ਤੱਕ ਭਾਨਾ ਸਿੱਧੂ ਜੇਲ੍ਹ ਦੇ ਵਿੱਚ ਸੀਗਾ, ਜਦੋਂ ਤੱਕ ਇਹਨਾਂ ਗੱਲਾਂ ਬਾਰੇ ਲੋਕਾਂ ਨੂੰ ਕੋਈ ਬਾਹਲਾ ਪਤਾ ਨਹੀਂ ਸੀ ਲੱਗਿਆ। ਹੁਣ ਭਾਨਾ ਸਿੱਧੂ ਬਾਹਰ ਆਇਆ ਜੇਲ੍ਹ ਦੇ ਵਿੱਚੋਂ ਤੇ ਉਹਨੇ ਸੁਰਜੀਤ ਫੂਲ ਜਿਹੜੇ ਕਿ ਇੱਕ ਕਿਸਾਨ ਆਗੂ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਉਹ ਲੱਖਾ ਸਿਧਾਣਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨੇ ਕਈ ਗੱਲਾਂ ਕਹੀਆਂ ਨੇ, ਦੋਸ਼ ਲਾਏ ਨੇ। ਉਹਦੇ ਕੋਟ ਦੋਨੇ ਦੇ ਪਿੰਡ ਦੇ ਲੋਕ ਵੀ ਸੀਗੇ, ਵੱਡੀ ਗਿਣਤੀ ਉਹਦੇ ਸਮਰਥਕ ਵੀ ਉੱਥੇ ਮੌਜੂਦ ਸੀਗੇ ਜਦੋਂ ਭਾਨਾ ਸਿੱਧੂ ਬਾਹਰ ਆਇਆ। ਹੁਣ ਜਿਹੜੇ ਉਹ ਦੋਸ਼ ਲਾ ਰਿਹਾ ਉਹ ਬੜੇ ਹੀ ਸੰਗੀਨ ਦੋਸ਼ ਨੇ ਤੇ ਉਹਨਾਂ ਦੋਸ਼ਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਤੇ ਕੀ ਪੁਲਿਸ ਇਸ ਤਰੀਕੇਕਾਰ ਦੇ ਨਾਲ ਕੰਮ ਕਰਦੀ ਹੈ, ਇਹ ਇੱਕ ਵੱਡਾ ਸਵਾਲ ਹੈ। ਉਹਨੇ ਬਾਹਰ ਆ ਕੇ ਕਿਹਾ ਕੀ ਕੁਛ ਹੈ, ਇਹਦੇ ਬਾਰੇ ਚਰਚਾ ਕਰਾਂਗੇ ਤੇ ਇਹਦੇ ਨਾਲ ਇਹ ਦੋਸ਼ ਕਿਹੋ ਜਿਹੇ ਨੇ, ਇਹਨਾਂ ਦੀ ਜਾਂਚ ਕਿਵੇਂ ਹੋਣੀ ਚਾਹੀਦੀ ਹੈ ਤੇ ਭਾਨਾ ਸਿੱਧੂ ਤੇ ਮਾਮਲੇ ਬਣੇ ਕਿਵੇਂ, ਇਹ ਸਾਰੇ ਕੇਸ ਦੀ ਜੋ ਤਫਸੀਲ ਦੇ ਵਿੱਚ ਤਾਂ ਨਹੀਂ, ਚਲੋ ਆਪਾਂ ਕਹਿ ਲੈਂਦੇ ਹਾਂ ਕਿ ਸੰਖੇਪ ਦੇ ਵਿੱਚ ਜੋ ਹਿਸਟਰੀ ਹੈ ਉਹਦੇ ਬਾਰੇ ਜ਼ਰੂਰ ਚਰਚਾ ਕਰਾਂਗੇ। ਤੇ ਇਹਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ, ਨਾ ਸਿਰਫ ਵਿਵਸਥਾ ਦੇ ਉੱਤੇ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ। ਉਹ ਪਹਿਲਾਂ ਤਾਂ ਬਾਹਰ ਆ ਕੇ ਉਹ ਇਹ ਗੱਲ ਕਹਿੰਦਾ ਹੈ ਕਿ ਜਦੋਂ ਮੈਨੂੰ ਪੁਲਿਸ ਨੇ ਚੱਕਿਆ ਤਾਂ ਮੈਨੂੰ ਪੁਲਿਸ ਨੇ ਵੜਿਆ ਕੇ ਚੱਕਿਆ। ਧਨੌਲੇ ਦੀ ਪੁਲਿਸ ਬਾਰੇ ਉਹ ਜ਼ਿਕਰ ਕਰਦਾ ਕਿ ਤੈਨੂੰ ਅਸੀਂ ਸਿਕਿਉਰਿਟੀ ਦੇਣੀ ਆ, ਆਜਾ ਤੇਰੇ ਨਾਲ ਗੱਲਬਾਤ ਕਰਦੇ ਹਾਂ। ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਇਹ ਲੁਧਿਆਣੇ ਲੈ ਗਏ। ਲੁਧਿਆਣੇ ਦੀ ਗੱਲਬਾਤ ਬਾਰੇ ਉਹ ਦੱਸਦਾ ਸੱਚਾਈ, ਜਦੋਂ ਵੀ ਉਹਨਾਂ ਚੀਜ਼ਾਂ ਬਾਰੇ ਅੱਗੇ ਵਿਸਥਾਰ ਦੇ ਵਿੱਚ ਜਾਂਦਾ ਤਾਂ ਉਹ ਕਹਿੰਦਾ ਕਿ ਮੈਨੂੰ ਲੁਧਿਆਣੇ ਲਿਜਾ ਕੇ ਇਹਨਾਂ ਨੇ CIA ਸਟਾਫ ਨੰਬਰ 2 ਹੈ ਜਿਹੜਾ, ਉੱਥੇ ਲਿਜਾ ਕੇ ਇਹਨਾਂ ਨੇ ਮੈਨੂੰ ਕੁੱਟਿਆ, ਮੈਨੂੰ ਉਨੀਂਦਰਾ ਰੱਖਿਆ, ਮੇਰੀਆਂ ਬਾਹਾਂ ਤਾਂ ਬੰਨ੍ਹ ਕੇ ਮਤਲਬ ਮੈਨੂੰ ਕੁੱਟਿਆ ਗਿਆ। ਤੇ ਨਾਲ ਹੀ ਜਦੋਂ ਫਿਰ ਪੱਤਰਕਾਰ ਉਹਨੂੰ ਸਵਾਲ ਕਰਦਾ ਕਿ ਕੀ ਭਗਵੰਤ ਮਾਨ ਨਾਲ ਵੀ ਗੱਲ ਕਰਾਈ ਗਈ ਸੀ, ਤਾਂ ਉਹ ਅਸਪਸ਼ਟ ਜਿਹਾ ਜਵਾਬ ਦਿੰਦਾ ਕਿ ਹਾਂਜੀ ਗੱਲ ਤਾਂ ਹੋਈ ਸੀ, ਇਹਨਾਂ ਨੇ ਤਾਂ ਮੇਰੀਆਂ ਭੈਣਾਂ 'ਤੇ ਵੀ ਪਰਚੇ ਪਾਤੇ। ਤੇ ਬਾਅਦ ਦੇ ਵਿੱਚ ਪਰ ਉਹ ਇੰਨਾ ਜ਼ਰੂਰ ਕਹਿੰਦਾ ਕਿ ਇਹ ਜਦੋਂ ਮੈਨੂੰ ਕੁੱਟਦੇ ਸੀਗੇ ਤਾਂ ਮੈਨੂੰ ਅਲਫ ਨੰਗਿਆ ਕਰਕੇ ਮੇਰੇ ਸਾਰੇ ਸਰੀਰ ਤੋਂ ਕੱਪੜੇ ਲੁਹਾ ਕੇ ਇਹਨਾਂ ਨੇ ਮੈਨੂੰ ਜਿਹੜਾ ਕੁੱਟਿਆ ਉੱਥੇ, ਜਾਂ ਮੇਰੇ ਨਾਲ ਜਿਸ ਤਰੀਕੇ ਨਾਲ ਵੀ ਪੇਸ਼ ਆਏ, ਤਾਂ 2 ਵਾਰੀ ਉਹ ਕਹਿੰਦਾ ਕਿ ਇਸ ਤਰੀਕੇ ਨਾਲ ਹੋਇਆ। ਤੇ ਨਾਲ ਹੀ ਉਹ ਕਹਿੰਦਾ ਕਿ ਇਸੇ ਦਰਮਿਆਨ ਮੈਨੂੰ ਜ਼ਲੀਲ ਵੀ ਕੀਤਾ ਗਿਆ, ਮੇਰੇ ਸਰੀਰ ਨੂੰ ਇਸ ਤਰੀਕੇ ਦੇ ਵਿੱਚ ਵੇਖ ਕੇ। ਤੇ ਜ਼ਲੀਲ ਕਰਨ ਦਾ ਜਦੋਂ ਮਸਲਾ ਆਇਆ ਤਾਂ ਫਿਰ ਲੱਖਾ ਸਿਧਾਣਾ ਨੇ ਇਸ ਗੱਲ ਨੂੰ ਜੋੜਿਆ ਮਨੁੱਖੀ ਅਧਿਕਾਰਾਂ ਦੇ ਨਾਲ, ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਨਾਲ। ਉਹ ਕਹਿੰਦੇ ਕਿ ਜੇਕਰ ਇਸ ਤਰੀਕੇ ਦੇ ਨਾਲ ਪੁਲਿਸ ਕਿਸੇ ਨਾਲ ਹਿਰਾਸਤ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਆਉਂਦੀ ਹੈ ਤੇ ਉਹਨੂੰ ਜ਼ਲੀਲ ਕਰਦੇ, ਉਹਨੂੰ ਟਿੱਚਰਾਂ ਕਰਦੀ ਹੈ, ਮਖੌਲ ਕਰਦੇ ਨੰਗਿਆ ਕਰਕੇ, ਤਾਂ ਇਹ ਮਨੁੱਖੀ ਅਧਿਕਾਰਾਂ ਦਾ ਵੀ ਮਾਮਲਾ ਬਣਦਾ। ਤੇ ਨਾਲ ਹੀ ਉਹਨਾਂ ਦੇ ਜਿਹੜੇ ਹੋਰ ਸਾਥੀ ਸੀਗੇ ਉਹਨਾਂ ਨੇ ਪ੍ਰੋੜਤਾ ਕੀਤੀ ਕਿ ਭਾਨਾ ਸਿੱਧੂ ਜੋ ਕਹਿ ਰਿਹਾ ਉਹ ਸਹੀ ਕਹਿ ਰਿਹਾ। ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਵਾਕਈ ਪੈਦਾ ਹੁੰਦਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ਤੇ ਇਸ ਮਾਮਲੇ ਦੇ ਵਿੱਚ ਇਨਵੋਲਵ ਸੀਗੇ, ਕਿ ਵਾਕਈ ਉਹਨਾਂ ਨੇ ਭਾਨੇ ਸਿੱਧੂ ਨੂੰ ਜਦੋਂ ਨੰਗਾ ਕੀਤਾ ਗਿਆ ਸੀ CIA ਸਟਾਫ 2 ਦੇ ਵਿੱਚ ਨੰਬਰ 2 ਦੇ ਵਿੱਚ, ਤਾਂ ਉਹਨਾਂ ਨੇ ਵੀਡੀਓ ਕਾਲ ਕੀਤੀ, ਕਿਉਂਕਿ ਭਾਨੇ ਸਿੱਧੂ ਦੇ ਦੋਸ਼ ਤਾਂ ਹੀ ਕਹਿੰਦੇ ਨੇ। ਤੇ ਉਹ ਕਹਿੰਦੇ ਕਿ ਮੈਂ ਕੱਲਾ ਬੰਦਾ ਜਾ ਕੇ ਉੱਥੇ ਪੁਸ਼ਟੀ ਕਰ ਸਕਦਾ ਕਿ ਆਹ ਬੰਦਿਆਂ ਨੇ ਗੱਲ ਕਰਾਈ ਸੀ ਫੋਨ ਤੇ, ਜਾਂ ਵੀਡੀਓ ਬਣਾਈ ਮੇਰੀ, ਜਾਂ ਵੀਡੀਓ ਅੱਜ ਵੀ ਆਹ ਬੰਦਿਆਂ ਦੇ ਫੋਨ ਦੇ ਵਿੱਚ ਹੈ। ਤਾਂ ਇਹਦਾ ਨੰਬਰ, ਇਹਦਾ ਮਤਲਬ ਤਾਂ ਇਹ ਬਣਦਾ ਕਿ ਜਿਨ੍ਹਾਂ ਨੇ ਵੀ ਕਾਲਿੰਗ ਕੀਤੀ ਜਾਂ ਨੰਬਰ ਕੀਤੇ, ਡਾਇਲ ਕੀਤਾ ਜਾਂ ਕਿਸੇ ਨਾਲ ਵੀ ਗੱਲ ਕਰਾਈ, ਕਿ ਪੁਲਿਸ ਕੋਲੇ ਕਿਸੇ ਚੌਂਕੀ ਦੇ ਵਿੱਚ ਜਾਂ CIA ਸਟਾਫ ਕੋਲੇ ਇੰਨਾ ਐਕਸੈਸ ਹੈ ਕਿ ਉਹ ਮੁੱਖ ਮੰਤਰੀ ਦੇ ਨਾਲ ਸਿੱਧੀ ਗੱਲ ਕਰਵਾ ਸਕਦਾ ਜਾਂ ਵੀਡੀਓ ਕਾਲ ਕਰਕੇ। ਮੁੱਖ ਮੰਤਰੀ ਜੇ ਵੀਡੀਓ ਕਾਲ ਭਾਨੇ ਦੇ ਦੋਸ਼ਾਂ ਦੇ ਮੁਤਾਬਕ ਆਪਾਂ ਚੱਲ ਗਏ ਤਾਂ ਮੁੱਖ ਮੰਤਰੀ ਨੂੰ ਉਹਨੂੰ ਵੀਡੀਓ ਕਾਲ ਦੇ ਵਿੱਚ ਦੇਖਣ ਦੇ ਵਿੱਚ ਕੀ ਦਿਲਚਸਪੀ ਸੀ, ਕਿਉਂਕਿ ਅੱਜ ਤੱਕ ਤਾਂ ਇਹ ਜਿਹਾ ਕੁਝ ਦੇਖਿਆ ਨਹੀਂਗਾ ਕਿ ਜਿਹੜਾ ਬੰਦਾ ਵਿਸਲ ਬਲੋਰਿੰਗ ਕਰਦਾ, ਜਿਹੜਾ ਬੰਦਾ ਸਰਕਾਰ ਦੀ ਆਲੋਚਨਾ ਕਰਦਾ, ਉਹਨੂੰ ਸਰਕਾਰ ਇਸ ਤਰੀਕੇ ਦੇ ਨਾਲ ਉਹਦੇ ਨਾਲ ਪੇਸ਼ ਆਵੇ। ਤੇ ਜਿਹੜੀ ਇੱਕ ਹੋਰ ਅਹਿਮ ਗੱਲ ਹੈ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚੋਂ ਹੀ, ਉਹ ਇਹ ਕਿ ਕੀ ਸਰਕਾਰਾਂ ਹੁਣ ਇਸ ਤਰੀਕੇ ਦੇ ਨਾਲ ਚੁੱਪ ਕਰਾਉਣਗੀਆਂ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਨੇ, ਜਿਹੜੇ ਉਹਨਾਂ ਦੇ ਮੂਹਰੇ ਹੱਕ ਸੱਚ ਦੀ ਗੱਲ ਕਰਦੇ ਨੇ, ਔਰ ਕੀ ਹਰ ਬੰਦੇ ਨੂੰ, ਜਿਹੜਾ ਬੰਦਾ ਵਿਸਲ ਬਲੋਰਿੰਗ ਕਰਦਾ, ਹੁਣ ਇਸ ਤਰੀਕੇ ਨਾਲ ਟੈਕਲ ਕੀਤਾ ਜਾਊਗਾ, ਇਸ ਤਰੀਕੇ ਨਾਲ ਉਹਦੇ ਨਾਲ ਨਜਿੱਠਿਆ ਜਾਊਗਾ, ਤਾਂ ਜੋ ਉਹ ਹੋਰਾਂ ਦੇ ਲਈ ਇੱਕ ਜਿਵੇਂ ਕਹਿ ਲਈਏ ਕਿ ਡਰਨਾ ਗੱਡਿਆ ਹੋਵੇ ਕਿ ਤੁਸੀਂ ਇਹ ਤੋਂ ਡਰਦੇ ਰਹੋ, ਤੁਸੀਂ ਇਹਦੇ ਪਾਸੇ ਨਾ ਹੋ, ਇਸ ਪਾਸੇ ਨਾ ਹੋ। ਜੇਕਰ ਇਹ ਗੱਲ ਆ ਤਾਂ ਇਹਦੀ ਬਹੁਤ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਨੂੰ ਵੀ ਜਵਾਬ ਦੇਣਾ ਚਾਹੀਦਾ, ਕਿਉਂਕਿ ਭਾਨੇ ਸਿੱਧੂ ਨੇ ਕੁਝ ਹੋਰ ਗੱਲਾਂ ਵੀ ਕਹੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਆਈ ਸੀ
ਤਾਂ ਮੈਂ ਪਹਿਲਾ ਬੰਦਾ ਸੀ ਜਿਹਨੇ ਬਰਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲ੍ਹਿਆ ਸੀ। ਨਾਲ ਉਹਨੇ ਹੋਰ ਸਾਥੀਆਂ ਬਾਰੇ ਵੀ ਦੱਸਿਆ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਭਾਨੇ ਸਿੱਧੂ ਨੂੰ ਕੀ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਉਹ ਸਰਕਾਰ ਦੀ ਆਲੋਚਨਾ ਕਰਦਾ ਹੈ, ਤੇ ਉਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਕੀ ਕੋਈ ਉਹ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਵੀ ਜਾਵਾਂਗੇ, ਕਿ ਜੇਕਰ ਉਹ ਚਲੇ ਜਾਂਦੇ ਨੇ ਹਾਈ ਕੋਰਟ ਤਾਂ ਕੀ ਸਰਕਾਰ ਉੱਥੇ ਜਵਾਬ ਦੇਊਗੀ ਕਿ ਅਸੀਂ ਇਸ ਤਰੀਕੇ ਨਾਲ ਨਹੀਂ ਕੀਤਾ। ਹਾਲੇ ਤੱਕ ਤਾਂ ਕਿਸੇ ਨੇ ਖੰਡਨ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ ਕਿ ਭਾਨੇ ਸਿੱਧੂ ਦੇ ਨਾਲ ਜੋ ਕੁਝ ਹੋਇਆ ਜੀ ਉਹ ਝੂਠ ਬੋਲ ਰਿਹਾ ਹੈ ਜਾਂ ਉਹ ਇਹਨੂੰ ਇੱਦਾਂ ਕਹਿਣਾ ਨਹੀਂ ਸੀ ਚਾਹੀਦਾ। ਭਾਨਾ ਸਿੱਧੂ ਆਮ ਆਦਮੀ ਪਾਰਟੀ ਦਾ ਇੱਕ ਪੁਰਾਣਾ ਸਮਰਥਕ ਦੱਸਦਾ ਆਪਣੇ ਆਪ ਨੂੰ, ਤੇ ਉਸ ਤੋਂ ਬਾਅਦ ਉਹ ਇਹ ਵੀ ਉਹਦੇ ਬਾਰੇ ਪਤਾ ਲੱਗਦਾ ਜਦੋਂ ਆਪਾਂ ਉਹਦੇ ਬਾਰੇ ਸਰਚ ਕੀਤਾ ਮੈਂ ਭਾਨੇ ਸਿੱਧੂ ਦੇ ਬਾਰੇ, ਪੁਲਿਸ ਕੇਸਾਂ ਦੇ ਬਾਰੇ, ਤਾਂ ਇੱਕ ਐਸਾ ਵੀ ਕੇਸ ਆਉਂਦਾ ਹੈ ਜਿਸ ਕੇਸ ਦੇ ਵਿੱਚ ਕਿਹਾ ਜਾਂਦਾ ਕਿ ਭਾਨੇ ਸਿੱਧੂ ਨੂੰ ਬਰਨਾਲਾ ਪੁਲਿਸ ਨੇ ਮਈ 2023 ਦੇ ਵਿੱਚ ਗ੍ਰਿਫਤਾਰ ਕੀਤਾ ਸੀ, ਜਦੋਂ ਉਸਨੇ ਪੁਲਿਸ ਨੂੰ ਧਮਕਾਉਣ ਵਾਲਾ ਵੀਡੀਓ ਪੋਸਟ ਕੀਤਾ ਸੀਗਾ। ਫਿਰ ਉਸ ਤੋਂ ਬਾਅਦ ਉਹਨੂੰ ਲੁਧਿਆਣੇ ਵਾਲੇ ਮਾਮਲੇ ਦੇ ਵਿੱਚ ਚੁੱਕਿਆ ਗਿਆ, ਜਦੋਂ ਲੁਧਿਆਣੇ ਜ਼ਮਾਨਤ ਮਨਜ਼ੂਰ ਕਰ ਲਈ, ਫਿਰ ਪਟਿਆਲਾ ਪੁਲਿਸ ਉਹਨੂੰ ਪੁਲਿਸ ਨੇ ਚੁੱਕ ਲਿਆ, ਫਿਰ ਉਹਦੇ ਤੇ ਮਰੇਲਕੋਟਲੇ ਦੇ ਵਿੱਚ ਕੇਸ ਪਾਤਾ। ਫਿਰ ਮਰੇਲਕੋਟਲੇ ਦਾ ਜਦੋਂ ਕੇਸ ਦੇਖਿਆ ਤਾਂ ਫਿਰ ਉਹਦੇ ਵਿੱਚ ਆਪਾਂ ਦੇਖਿਆ ਕਿ ਹਬੋਰ ਵਾਲਾ ਕੇਸ ਪਾ ਦਿੱਤਾ ਗਿਆ। ਤਾਂ ਕੇਸ ਦਰ ਕੇਸ ਜਦੋਂ ਪੈਂਦੇ ਗਏ ਤਾਂ ਇਸ ਚੀਜ਼ ਨੇ ਇਸ ਵੱਲ ਇਸ਼ਾਰਾ ਕੀਤਾ ਕਿ ਇਹ ਵਾਕਈ ਸਿਆਸਤ ਤੋਂ ਪ੍ਰੇਰਿਤ ਹੈਗੀ ਇਹ ਚੀਜ਼, ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਫਿਰ ਇੱਕ ਮਾਮਲਾ ਹੋਰ, ਉਹ ਕਹਿੰਦਾ ਕਿ ਮੈਨੂੰ ਪੁਲਿਸ ਵਾਲਿਆਂ ਨੇ ਇਹ ਵੀ ਧਮਕਾਇਆ ਕਿ ਤੇਰੇ ਤੇ 21 ਪਰਚੇ ਹੋਰ ਤਿਆਰ ਹੈ, ਜੇਕਰ ਤੂੰ ਬਾਹਰ ਜਾ ਕੇ ਸਰਕਾਰ ਦੇ ਵਿਰੁੱਧ ਬੋਲਣਾ, ਭਗਵੰਤ ਮਾਨ ਦੇ ਵਿਰੁੱਧ ਬੋਲਣਾ ਬੰਦ ਨਾ ਕੀਤਾ, ਸਰਕਾਰ ਦੀ ਆਲੋਚਨਾ ਬੰਦ ਨਾ ਕੀਤੀ, ਤਾਂ 20 ਕੇਸ ਹੋਰ ਹੈ ਜਿਹੜੇ ਤੇਰੇ ਤੇ 21 ਪਰਚੇ ਮਾਫ ਕਰਨਾ 21 ਪਰਚੇ ਹੋਰ ਹੈ ਜਿਹੜੇ ਤੇਰੇ ਤੇ ਪਾਏ ਜਾਣਗੇ। ਕਿ ਸਰਕਾਰਾਂ ਜਾਂ ਪੁਲਿਸ ਇਸ ਤਰੀਕੇ ਦੇ ਪਰਚੇ ਤਿਆਰ ਹੀ ਰੱਖਦੀ ਹੈ ਕਿ ਕੋਈ ਬੰਦਾ ਬੋਲੂਗਾ ਤੇ ਉਹਦੇ ਵਿਰੁੱਧ ਅਸੀਂ ਆ ਪਰਚਾ ਪਾ ਦਿਆਂਗੇ। ਜੇਕਰ ਇਸ ਤਰ੍ਹਾਂ ਦਾ ਨਿਜ਼ਾਮ ਆ ਤਾਂ ਇਹ ਕੋਈ ਕਾਂਗਰਸ ਤੇ ਅਕਾਲੀ ਦਲ ਨਾਲੋਂ ਕੋਈ ਬਹੁਤਾ ਵੱਖਰਾ ਨਹੀਂ ਹੈ, ਕਿਉਂਕਿ ਉਹਨਾਂ ਦਾ ਵੀ ਕਾਰਕਰਦਗੀ ਕੁਛ ਇਸ ਤਰੀਕੇ ਦੀ ਰਹੀ ਆ। ਉਹ ਤਾਂ ਕਈ ਮਾਮਲਿਆਂ 'ਚ ਤਾਂ ਇਹਨਾਂ ਤੋਂ ਅੱਗੇ ਹੀ ਸੀਗੇ ਤੇ ਕਈ ਮਾਮਲਿਆਂ ਦੇ ਵਿੱਚ ਇਹ ਉਹਨਾਂ ਨੂੰ ਪਿੱਛੇ ਛੱਡਦੇ ਜਾ ਰਹੇ ਨੇ। ਜੇਕਰ ਖੁੰਦਕ ਦੀ ਗੱਲ ਕਰੀਏ, ਜੇਕਰ ਸਿਆਸੀ ਖੁੰਦਕ ਦੀ ਗੱਲ ਕਰੀਏ ਤਾਂ ਤੁਹਾਨੂੰ ਯਾਦ ਹੋਣਾ ਅਲਕਾ ਲਾਂਬਾ, ਕੁਮਾਰ ਵਿਸ਼ਵਾਸ, ਤੇਜਿੰਦਰਪਾਲ ਬੱਗੇ ਨੂੰ ਤਾਂ ਪੁਲਿਸ ਅਰੈਸਟ ਕਰਨ ਵੀ ਗਈ ਸੀ। ਉਸ ਤੋਂ ਬਾਅਦ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਕਰਮ ਮਜੀਠੀਆ, ਸੁਖਪਾਲ ਸਿੰਘ ਖਹਿਰਾ, ਸਿਆਸੀ ਲੋਕਾਂ ਨੂੰ ਆਪਾਂ ਕੱਢ ਦਿੰਦੇ ਹਾਂ ਵਿੱਚੋਂ ਜਿੰਨੇ ਵੀ ਹੈ ਤਾਂ ਸਾਰੇ ਸਿਆਸੀ, ਇਹਨਾਂ ਸਾਰਿਆਂ ਨੇ ਇਸ ਮਾਮਲੇ ਦੇ ਵਿੱਚ ਦੋਸ਼ ਲਾਏ ਨੇ, ਇੱਕੋ ਤਰ੍ਹਾਂ ਦੇ ਦੋਸ਼ ਕਿ ਸਾਡੇ ਖਿਲਾਫ ਪੋਲੀਟੀਕਲ ਵੈਂਡਟਾ, ਸਿਆਸੀ ਸ਼ਰੀਕੇਬਾਜ਼ੀ, ਸਿਆਸੀ ਬਦਲਾਖੋਰੀ ਦੇ ਤਹਿਤ ਸਾਡੇ ਖਿਲਾਫ ਮਾਨ ਸਰਕਾਰ ਜਿਹੜੀ ਆ ਉਹ ਕਾਰਵਾਈਆਂ ਕਰ ਰਹੀ ਹੈ। ਤੇ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਵੀ ਇਹ ਗੱਲ ਕਹੀ ਸੀ ਕਿ ਮੇਰੀ ਬੈਰਕ ਦੇ ਵਿੱਚ ਕੈਮਰਾ ਲਾਇਆ ਗਿਆ ਤਾਂ ਜੋ ਦਿੱਲੀ ਬੈਠੀ ਜਿਹੜੀ ਟੀਮ ਹੈ ਉਹ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਅਰਵਿੰਦ ਕੇਜਰੀਵਾਲ ਦਾ ਨਾਂ ਤਾਂ ਨਹੀਂ ਉਹਨਾਂ ਨੇ ਲਿਆ, ਤੇ ਭਗਵੰਤ ਮਾਨ ਮੁੱਖ ਮੰਤਰੀ, ਇਹ ਦੇਖ ਸਕਣ ਕਿ ਸੁਖਪਾਲ ਖਹਿਰਾ ਹਿਰਾਸਤ ਦੇ ਵਿੱਚ ਕਿੰਨਾ ਕੁ ਬੇਚੈਨ ਹੈ। ਪੰਜਾਬ ਦੇ ਵਿੱਚ ਹਿਰਾਸਤ ਦੇ ਦੌਰਾਨ ਮੌਤਾਂ, ਹਿਰਾਸਤ ਦੇ ਦੌਰਾਨ ਕਤਲ, ਹਿਰਾਸਤ ਦੇ ਵਿੱਚ ਮੌਤਾਂ ਆਪਾਂ ਦੇਖਿਆ ਨਾ ਜਥੇਦਾਰ ਕੌਂਕੇ ਸਾਹਿਬ ਵਾਲਾ ਮਾਮਲਾ, ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਤਰੀਕੇ ਦਾ ਕਾਰਕਰਦਗੀ ਪੰਜਾਬ ਪੁਲਿਸ ਦੀ ਪਹਿਲਾਂ ਵੀ ਨਜ਼ਰ ਆਉਂਦੀ ਹੈ। ਤਾਂ ਕੀ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਕੀ 30 ਸਾਲਾਂ ਬਾਅਦ ਵੀ, 3 ਦਹਾਕਿਆਂ ਬਾਅਦ ਵੀ ਪੁਲਿਸ ਦੀ ਜੋ ਫੰਕਸ਼ਨਿੰਗ ਹੈ, ਪੁਲਿਸ ਦਾ ਜੋ ਕੰਮਕਾਰ ਕਰਨ ਦਾ ਤਰੀਕਾ ਹੈ ਉਹ ਇਸ ਤਰੀਕੇ ਦਾ, ਤੇ ਕੀ ਪੁਲਿਸ ਇੱਕ ਸਿਆਸੀ ਹੱਥ ਠੋਕਾਈ ਹੈ ਜਿਹੜੀ ਜਿਹਨੂੰ ਕੋਈ ਮੁੱਖ ਮੰਤਰੀ ਕਹਿ ਦਿੰਦਾ ਜਾਂ ਕੋਈ ਮੰਤਰੀ ਕਹਿ ਦਿੰਦਾ ਫਲਾਂ ਬੰਦੇ ਨੂੰ ਚੱਕ ਲਾ, ਉਹਨੂੰ ਸੀਏ ਸਟਾਫ ਲੈ ਕੇ ਨੰਗਾ ਕਰ ਦੇ ਤੇ ਉਸ ਤੋਂ ਬਾਅਦ ਉਹਦੀ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਕਰਾ ਦੇ ਜਾਂ ਉਹਦੀ ਵੀਡੀਓ ਬਣਾ ਕੇ ਮੈਨੂੰ ਭੇਜ ਦੇ, ਤਾਂ ਕੀ ਕਾਨੂੰਨ ਇਸ ਤਰੀਕੇ ਦਾ ਕੰਮ ਕਰੂਗਾ? ਸੋ ਪੰਜਾਬ ਦੇ ਵਿੱਚ ਵਿਸਲ ਬਲੋਰਿੰਗ ਜਿਹੜੀ ਕਰਦੇ ਨੇ ਲੋਕ, ਚਾਹੇ ਉਹ ਪਰਮਿੰਦਰ ਝੋਟਾ ਹੋਵੇ, ਚਾਹੇ ਉਹ ਭਾਨਾ ਸਿੱਧੂ ਹੋਵੇ, ਚਾਹੇ ਉਹ ਜਿਹੜੇ ਲੁਧਿਆਣੇ ਵਾਲੇ ਪੁਲਿਸ ਦੇ ਵਿੱਚ ਰਹਿ ਚੁੱਕੇ ਨੇ ਆਪਣੇ ਬੈਂਸ ਸਾਹਿਬ, ਉਹਨਾਂ ਦਾ ਮਸਲਾ ਹੋਵੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਡਰੱਗ ਦੇ ਮਾਮਲੇ ਦੇ ਵਿੱਚ ਬਹੁਤ ਤਕੜੀ ਵਿਸਲ ਬਲੋਰਿੰਗ ਕੀਤੀ ਸੀ। ਹਾਲਾਂਕਿ ਉਹਨਾਂ ਦੀ ਸ਼ਬਦਾਵਲੀ ਦੇ ਨਾਲ ਤਾਂ ਮੈਂ ਵੀ ਨਹੀਂ ਸਹਿਮਤ। ਉਹ ਖੁਦ ਪੁਲਿਸ ਡੀਐਸਪੀ ਸੇਖੋਂ, ਮਾਫ ਕਰਨਾ ਮੈਂ ਬੈਂਸ ਕਹਿ ਗਿਆ, ਡੀਐਸਪੀ ਸੇਖੋਂ ਜਿਹੜੇ ਨੇ ਉਹ ਖੁਦ ਇਸ ਮਹਿਕਮੇ ਦੇ ਵਿੱਚ ਰਹਿ ਚੁੱਕੇ ਨੇ ਤੇ ਉਹਨਾਂ ਨੇ ਬੜੇ ਪੁਖਤਾਈ ਦੇ ਨਾਲ, ਬੜੇ ਸੰਜੀਦਗੀ ਸਵਾਲ ਖੜੇ ਕੀਤੇ ਸੀਗੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ, ਕਾਨੂੰਨ ਦੇ ਉੱਪਰ ਤੇ ਸਰਕਾਰ ਦੇ ਉੱਪਰ। ਉਸ ਤੋਂ ਬਾਅਦ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ, ਫਿਰ ਆਪਾਂ ਪਰਮਿੰਦਰ ਝੋਟੇ ਦੀ ਵੀ ਦੇਖਦੇ ਹਾਂ ਗ੍ਰਿਫਤਾਰੀ। ਤਾਂ ਕਿਹਨੂੰ ਤੁਸੀਂ ਡੱਕੋਗੇ? ਔਰ ਇੱਥੇ ਵੀ ਕਿਸੇ ਨੇ ਖੰਡਨ ਨਹੀਂ ਕੀਤਾ ਕਿ ਭਾਨਾ ਸਿੱਧੂ ਨੇ ਬਾਹਰ ਆ ਕੇ ਗੱਪ ਮਾਰਿਆ। ਉਹ ਕਹਿੰਦਾ ਕਿ ਮੈਨੂੰ ਸਿਰਫ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਮੈਂ ਭਗਵੰਤ ਮਾਨ ਦੀ ਆਲੋਚਨਾ ਕਰਦਾ, ਮੈਂ ਉਹਨਾਂ ਦੀ ਦਿੱਲੀ ਟੀਮ ਨੂੰ ਸਵਾਲ ਕਰਦਾ, ਮੈਂ ਉਹਨਾਂ ਦੇ ਜਿਹੜੇ ਵਾਅਦੇ ਸੀ ਉਹ ਯਾਦ ਕਰਾਉਣਾ। ਤੇ ਜੇਕਰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਤਾਂ ਇਹ ਤਾਂ ਕਿਤੇ ਵੀ ਗਲਤ ਨਹੀਂ ਹੈ ਕਿ ਤੁਸੀਂ ਸਰਕਾਰ ਨੂੰ ਸਵਾਲ ਨਾ ਕਰੋ ਜਾਂ ਉਹਨਾਂ ਦੀ ਸਿਆਸਤ ਤੇ ਕਿੰਤੂ ਨਾ ਕਰੋ ਜਾਂ ਉਹਨਾਂ ਦੇ ਜਿਹੜੇ ਵਾਅਦੇ ਸੀ ਉਹਨਾਂ ਨੂੰ ਚੇਤੇ ਨਾ ਕਰਾਓ। ਹੁਣ ਤੱਕ ਦੀਆਂ ਸਰਕਾਰਾਂ ਤੇ ਤਾਂ ਇਹੀ ਸਵਾਲ ਹੈ। ਸੋ ਹੁਣ
ਉੱਠਦੇ ਆਏ ਨੇ। ਹੁਣ ਉਹਨਾਂ ਦੀ ਟੀਮ ਨੇ ਕਹਿ ਲਓ ਜਾਂ ਲੱਖੇ ਸਿਧਾਣੇ ਨੇ ਜਾਂ ਸੁਰਜੀਤ ਫੂਲ ਵਰਗਿਆਂ ਦੀ ਹਾਜ਼ਰੀ ਦੇ ਵਿੱਚ, ਕਿਸਾਨ ਆਗੂਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਜੋ ਕੁਝ ਵੀ ਇਹ ਕਾਰਕਰਦਗੀ ਪੁਲਿਸ ਨੇ ਕੀਤੀ ਹੈ, ਚਾਹੇ ਉਹ ਸਿਆਸੀ ਸ਼ਹਿ 'ਤੇ ਕੀਤੀ ਹੈ, ਚਾਹੇ ਕਿਸੇ ਦੇ ਵੀ ਇਸ਼ਾਰੇ 'ਤੇ, ਅਸੀਂ ਉਸ ਮਾਮਲੇ ਨੂੰ ਚੁੱਕ ਕੇ ਹੁਣ ਹਾਈ ਕੋਰਟ ਲੈ ਕੇ ਜਾਵਾਂਗੇ। ਸੋ ਇਹ ਵਿਸਲ ਬਲੋਅਰਾਂ ਨੂੰ ਠੋਕਣਾ, ਸਿਆਸੀ ਇਸ਼ਾਰੇ 'ਤੇ ਪੁਲਿਸ ਦੇ ਵੱਲੋਂ ਕੰਮ ਕਰਨਾ, ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਖਨਨ ਕਰਨਾ, ਹਾਨੀ ਕਰਨਾ ਉਹਨਾਂ ਦੀ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਤੇ ਨਾ ਹੀ ਕੋਈ ਇਹ ਜਾਪਦਾ ਜਿਸ ਤਰੀਕੇ ਦੀ ਕਾਰਕਰਦਗੀ ਹੈ ਕਿ ਇਹ ਕੋਈ ਅਖੀਰਲਾ ਮਾਮਲਾ ਹੋਣਾ। ਪਰ ਫਿਰ ਵੀ ਪੰਜਾਬ ਸਰਕਾਰ ਨੂੰ ਜਾਂ ਕਿਸੇ ਅਜਿਹੀ ਬੋਡੀ ਨੂੰ ਇਸ ਮਾਮਲੇ ਦੀ ਜ਼ਰੂਰ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਕਿ ਵਾਕਈ ਜੇਕਰ ਅਜਿਹਾ ਹੁੰਦਾ ਤੇ ਇਹ ਅਤੀ ਨਿੰਦਣਯੋਗ, ਅਤੀ ਘਟੀਆ ਕਿਸਮ ਦਾ ਵਰਤਾਰਾ ਸੀ ਜੇਕਰ ਉਹਦੇ ਨਾਲ ਇਹ ਸਾਰਾ ਕੁਝ ਵਾਪਰਿਆ ਹਿਰਾਸਤ ਦੇ ਵਿੱਚ। ਬਹੁਤ ਬਹੁਤ ਧੰਨਵਾਦ।